कोई नाऊ न जाने मेरा, ज्यों बुलाए त्यों बोला स्वामी। कुदरत का गुण हमारे, साध संग नानक जस गायो। जो प्रभु की अत प्यारी, तेरे कबण कबण गुण कह कह गावा। तू साहिब गुणी निदाना, तुमरी महिमा वर न सको। तू ठाकुर उच भगवाना, मैं हर हर नाम तर सोई। ज्यों पावे त्यों राख मेरे साहिब, मैं तुझ बिन अवर न कोई। मैं ताण दीवान तू है मेरे स्वामी, मैं तुझ आगे अरदास। मैं होर थों नाही जिस पे करूं विनंती। मेरा दुख सुख तुझे, वाणी तुर दरगाहों आई है। लाहा ले लो भागा वालियो, तुर दरगाहों आई है। लाहा ले लो भागा वालियो, भागा वालियो, तुर दरगाहों आई है। लाहा ले लो भागा वालियो, पानी तुर दरगाहों आई है। लाहा ले लो भागा वालियो, तुर दरगाहों आई है। लाहा ले लो भागा वालियो, पानी तुर दरगाहों आई है। लाहा ले लो भागा वालियो, लाहा ले लो जी भागा वालियो। लाहा ले लो जी भागा वालियो, लाहा ले लो जी भागा वालियो। ओ लाहा ले लो जी भागा वालियो, हालेलुया भागा वालियो। ओ लाहा ले लो जी भागा वालियो, लाहा ले लो जी भागा वालियो। लाहा ले लो जी भागा वालियो, लाहा ले लो जी भागा वालियो। ओ लाहा ले लो जी भागा वालियो, हालेलुया जी भागा वालियो। ओ लाहा ले लो जी भागा वालियो, तुर दरगाहों आई है। लाहा
ਆਈ। ਇਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ। ਹਰ ਨਾਨਕ ਸਾਚ ਬਖਾਨਾ। ਸਾਨੂੰ ਮੂਰਖਾਂ ਤੋਂ ਚਤੁਰ ਬਣਾਵੇ। ਬਾਣੀ ਸਤਿਗੁਰ ਨਾਨਕ ਦੀ। ਚਤੁਰ ਬਣਾਵੇ। ਬਾਣੀ ਗੁਰੂ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ। ਬਾਣੀ ਬਾਬੇ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ। ਬਾਣੀ ਬਾਬੇ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ। ਬਾਣੀ ਬਾਬੇ ਨਾਨਕ ਦੀ। ਬਾਣੀ ਬਾਬੇ ਨਾਨਕ ਦੀ। ਬਾਣੀ ਬਾਬੇ ਨਾਨਕ ਦੀ। ਬਾਣੀ ਬਾਬੇ ਦੀ ਨਾਨਕ ਦੀ। ਬਾਣੀ ਗੁਰੂ ਦੀ ਨਾਨਕ ਦੀ। ਬਾਣੀ ਗੁਰੂ ਦੀ ਨਾਨਕ ਓ ਬਾਣੀ ਬਾਬੇ ਦੀ ਨਾਨਕ ਦੀ। ਬਾਣੀ ਬਾਬੇ ਦੀ ਨਾਨਕ ਦੀ। ਬਾਣੀ ਗੁਰੂ ਦੀ ਨਾਨਕ ਦੀ। ਬਾਣੀ ਬਾਬੇ ਦੀ ਨਾਨਕ ਦੀ। ਓ ਬਾਣੀ ਗੁਰੂ ਦੀ ਨਾਨਕ ਦੀ। ਬਾਣੀ ਗੁਰੂ ਨਾਨਕ ਦੀ। ਮੂਰਖਾਂ ਨੂੰ ਚਤੁਰ ਬਣਾਵੇ। ਬਾਣੀ ਗੁਰੂ ਨਾਨਕ ਦੀ। ਮੂਰਖਾਂ ਨੂੰ ਚਤੁਰ ਬਣਾਵੇ। ਬਾਣੀ ਗੁਰੂ ਨਾਨਕ ਦੀ। ਮੂਰਖਾਂ ਨੂੰ ਚਤੁਰ ਬਣਾਵੇ। ਬਾਣੀ ਗੁਰੂ ਨਾਨਕ ਦੀ। ਬਾਣੀ ਬਾਬੇ ਨਾਨਕ ਦੀ। ਮੂਰਖਾਂ ਨੂੰ ਚਤੁਰ ਬਣਾਵੇ। ਬਾਣੀ ਸਤਿਗੁਰ ਨਾਨਕ ਦੀ। ਪਰਮ ਸਤਿਕਾਰ। ਗੁਰੂ ਸਰੂਪ ਗੁਰੂ ਸਵਾਰੀ ਸਾਧ ਸੰਗਤ ਜੀ ਜਿਤਨੇ ਆਪ ਗੁਰੂ ਚਰਨਾਂ ਦੇ ਵਿੱਚ ਪਹੁੰਚੇ ਹੋ, ਬਹੁਤ ਵੱਡੇ ਭਾਗਾਂ ਵਾਲੇ ਹੋ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ 550 ਸਾਲੇ ਨੂੰ ਮੁੱਖ ਜਨਮ ਅਵਤਾਰ ਦੇ ਹੜ ਮੁੱਖ ਰੱਖਦਿਆਂ ਹੋਇਆਂ ਅਤੇ ਸ਼੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਤੋਂ ਬਾਬਾ ਨਾਹਰ ਸਿੰਘ ਜੀਆਂ ਦੀ ਸਾਲਾਨਾ ਵਰਸੀ ਅਤੇ ਬਾਬਾ ਜੀ ਦੇ ਸੇਵਕ ਸ਼੍ਰੀ ਮਾਨ ਸੰਤ ਬਾਬਾ ਬੰਦ ਸਿੰਘ ਦੇ ਸਾਲਾਨਾ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ 10 ਜੁਲਾਈ ਤੋਂ ਜੋ ਅਖੰਡ ਪਾਠਾਂ ਦੀ ਲੜੀ ਆਰੰਭ ਹੈ, ਜੋ ਆਪਣੀ ਸ਼ਾਮ ਦੀ ਰੋਜ਼ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਗੁਰੂ ਕਿਰਪਾ ਕਰਕੇ ਲਵਾਉਂਦੇ ਹਨ।
ਅੱਜ ਵੀ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਇਸ ਵਾਕੜੀਆਂ ਬਖਸ਼ਿਸ਼ ਕੀਤੀਆਂ ਨੇ। ਸਿੱਖ ਸੰਗਤਾਂ ਕੋਲੋਂ ਆਪ ਜੀ ਨੇ ਇਲਾਹੀ ਰੱਬੀ ਬਾਣੀ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਉਣਾ ਕੀਤਾ। ਤੇ ਨਾਲ ਅੱਜ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਅਵਤਾਰ ਦਿਹਾੜਾ ਹੈ। ਸਾਰੇ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਭਾਈ। ਜਿੰਨੀਆਂ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੀਆਂ ਸਭ ਦਾ ਧੰਨਵਾਦ। ਤੇ ਰਸਨ ਪਵਿੱਤਰ ਕਰਦੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਸੁਣੈ ਗੂੰਗ ਜੋ ਜਾਹੇ ਸੁਰਸ ਨਾ ਪਾਵੀ, ਸੁਣੈ ਮੂੜ ਚਤ ਲਾਏ, ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤੇ ਨਰਕੇ ਰਹੈ, ਹੋ ਜੋ ਜਾਂ ਕੀ ਏਕ ਵਾਰ ਚੌਪਈ ਕੋ ਕਹੈ ਚੌਪਈ। ਗੁਰੂ ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਜੇ ਕੋਈ ਗੂੰਗਾ ਸੁਣ ਲੈਂਦਾ ਉਹਨੂੰ ਰਸਨਾ ਪ੍ਰਾਪਤ ਹੋ ਜਾਂਦੀ ਹੈ। ਜੇ ਕੋਈ ਕਹਿੰਦੇ ਕਮਲਾ ਬਾਣੀ ਸੁਣ ਲੇ ਮੂਰਖ, ਉਹਨੂੰ ਚਤੁਰਤਾ ਪ੍ਰਾਪਤ ਹੋ ਜਾਂਦੀ ਹੈ। ਕਿ ਰੋਗੀ ਕੋਈ ਬਾਣੀ ਸੁਣ ਲੇ ਉਹਦੇ ਰੋਗ ਕੱਟੇ ਜਾਂਦੇ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੁਣੈ ਗੂੰਗ ਜੋ ਜਾਹੇ ਸੁਰਸ ਨਾ ਪਾਵੀ, ਸੁਣੈ ਮੋੜ ਚਤ ਲਾਏ, ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤੇ ਨਰਕੇ ਰਹੈ। ਮਾਨੋ ਕਿ ਦੁੱਖ ਦਰਦ ਆਦਿਕ ਪਾਤਸ਼ਾਹ ਜੀ ਕਹਿੰਦੇ ਉਹ ਜੀਵਾਂ ਦੇ ਨੇੜੇ ਨਹੀਂ ਰਹਿੰਦਾ। ਜਿਹੜੇ ਜੀਵ ਚਿੱਤ ਇਕਾਗਰ ਕਰਕੇ, ਚਿੱਤ ਨੂੰ ਇਕਾਗਰ ਦੀ ਗੱਲ ਕਹੀ ਹੈ ਮਹਾਰਾਜ ਨੇ। ਸੁਣੈ ਮੋੜ ਚਿੱਤ ਲਾਏ, ਚਿੱਤ ਲਾਉਣਾ, ਬਿਰਤੀ ਲਾਉਣੀ ਹੈ, ਮਨ ਜੋੜਨਾ, ਮਨ ਟਿਕਾਉਣਾ ਹੈ। ਟਿਕਾ ਤੋਂ ਬਿਨਾਂ ਬਾਤ ਨਹੀਂ ਬਣਿਆ ਕਰਦੀ ਕਦੇ ਵੀ। ਜਦੋਂ ਟਿਕਾ ਬਣ ਜਾਂਦਾ ਹੈ, ਇਕਾਗਰਤਾ ਬਣ ਜਾਂਦੀ ਹੈ, ਉਦੋਂ ਤਾਂ ਇੰਨਾ ਆਨੰਦ ਆਉਂਦਾ ਪਤਾ ਨਹੀਂ ਲੱਗਦਾ ਵਕਤਾਂ ਦਾ, ਟਾਈਮ ਦਾ ਕਿੰਨਾ ਟਾਈਮ ਹੋ ਗਿਆ। ਜਦੋਂ ਇਕਾਗਰਤਾ ਨਹੀਂ ਬਣਦੀ, ਟਿਕਾ ਨਹੀਂ ਬਣਦਾ, ਫਿਰ ਨਹੀਂ ਗੱਲ ਬਣਦੀ। ਇਸੇ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ, ਇਹ ਮਨ ਹਰਿ ਜੀ ਧਿਆਏ ਤੋਂ ਇੱਕ ਚਿੱਤ ਇੱਕ ਮਨ ਭਾਏ, ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋ ਤਾਏ। ਪਰਮੇਸ਼ਰ ਨੂੰ ਧਿਆਉਣਾ ਹੈ ਇੱਕ ਮਨ ਇਕਾਗਰ ਹੋ ਕੇ, ਸਾਵਧਾਨ ਹੋ ਕੇ। ਜੋ ਧਿਆਉਂਦੇ ਨੇ ਮਹਾਰਾਜ ਕਹਿੰਦੇ ਉਹਨਾਂ ਗੂੰਗਿਆਂ ਨੂੰ ਰਸਨਾ ਪ੍ਰਾਪਤ ਹੋ ਜਾਂਦੀ ਹੈ। ਜਿਹੜੇ ਮੂੜ ਮੂਰਖ ਨੇ ਉਹਨਾਂ ਨੂੰ ਚਤੁਰਤਾ ਆ ਜਾਂਦੀ ਹੈ, ਰੋਗੀਆਂ ਦੇ ਰੋਗ ਕੱਟੇ ਜਾਂਦੇ ਹੈ। ਇਹ ਬਾਣੀ ਵਿੱਚ ਐਡੀ ਬਰਕਤ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ, ਸੁਣ ਬੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਨ ਹਿਰਦੈ ਸਮਾਣੀ ਰਾਮ। ਅਕਥ ਕਹਾਣੀ ਤਿਨੈ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ। ਪ੍ਰਭੂ ਦੀ ਕਹਾਣੀ ਤਾਂ ਅਕਥ ਹੈ, ਕੋਈ ਕਹਿ ਨਹੀਂ ਸਕਦਾ। ਆਪਣੇ ਆਪ ਕੋਈ ਨਹੀਂ ਕਹਿ ਸਕਦਾ। ਬੜੇ ਗੁਣ ਨੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਉੱਚਿਆ ਤਾਂ ਉੱਚਾ ਹੈ, ਪਾਰਾਵਾਰ ਤੋਂ ਰਹਿਤ ਹੈ। ਉਹਦੇ ਵਿੱਚ ਇੰਨੇ ਗੁਣ ਨੇ, ਕੋਈ ਨਹੀਂ ਜਾਣ ਸਕਦਾ ਗੁਣਾਂ ਨੂੰ, ਕੋਈ ਨਹੀਂ ਜਾਣ ਸਕਦਾ। ਪਰ ਗੁਣਾਂ ਦੇ ਵਿੱਚ ਖੂਬੀ ਬਹੁਤ ਹੈ। ਸ਼ਰਧਾ ਦੇ ਨਾਲ ਗਾਓ, ਇਕਾਗਰਤਾ ਦੇ ਨਾਲ ਗਾਓ, ਸੁਣੋ। ਪਾਤਸ਼ਾਹ ਜੀ ਕਹਿੰਦੇ, ਸੁਣਨ ਵਾਲਿਆਂ ਦੇ ਪਾਪ ਨਿਵਰਤ ਹੋ ਜਾਂਦੇ ਹੈ। ਗਾਉਣ ਵਾਲਿਆਂ ਦੇ ਢੇਰਾਂ ਦੇ ਢੇਰ ਪਾਪਾਂ ਦੇ ਨਾਸ ਹੋ ਜਾਂਦੇ ਹੈ। ਗਾਵ ਤੇ ਉਧਰੇ ਸੁਣ ਤੇ ਉਧਰੇ, ਵਿਣਸੇ ਪਾਪ ਕਨੇਰੇ। ਕਨੇਰਿਆਂ ਦੀ ਗੱਲ ਕੀਤੀ ਹੈ ਇੱਥੇ, ਕੋਈ ਤੋਲ ਮਾਪ ਨਹੀਂ ਹੈ। ਬਾਣੀ ਜਿਹੜੇ ਗੁਣ ਨੇ ਪਰਮੇਸ਼ਰ ਦੇ ਹੈ ਤਾਂ ਬਹੁਤ ਜ਼ਿਆਦੇ ਨੇ। ਕੋਈ ਜਾਣ ਨਹੀਂ ਸਕਦਾ, ਜਾਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ, ਮਨ ਵਿੱਚ ਐਸਾ ਆਉਣਾ ਚਾਹੀਦਾ ਨਹੀਂਗਾ। ਬਸ ਇੱਕੋ ਹੀ ਹੈ, ਸੱਚੇ ਪਾਤਸ਼ਾਹ ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਆਹ ਸਾਡਾ ਜੀਵਨ ਲੰਘ ਜੇ। ਬਸ ਤੇਰੀ ਭਗਤੀ ਕਰਦੇ ਹਾਂ, ਬਸ ਆਹ ਜੀਵਨ ਲੰਘ ਜੇ ਸਾਡਾ, ਹੋਰ ਕੁਛ ਨਹੀਂ ਚਾਹੀਦਾ। ਸ਼ਰਧਾ ਨਾਲ ਗਾਵਾਂਗੇ, ਪ੍ਰੇਮ ਨਾਲ ਗਾਵਾਂਗੇ ਤਾਂ ਪਾਤਸ਼ਾਹ ਜੀ ਕਹਿੰਦੇ ਆ, ਬਾਣੀ ਵਿੱਚ ਥਾਂ ਥਾਂ 'ਤੇ ਲਿਖਿਆ ਪਿਆ ਭਾਈ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਉ। ਜੇ ਭਾਉ ਹੈ, ਪ੍ਰੇਮ ਹੈ, ਦੁੱਖ ਪਰ ਹਰ ਸੁਖ ਕਰ ਲੈ ਜਾਏ।
ਸਤਿਗੁਰੂ ਮਹਾਰਾਜ ਕਹਿੰਦੇ ਗੁਣ ਬਹੁਤ ਨੇ, ਪਰ ਉਹਨਾਂ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਅਕਥ ਕਹਾਣੀ ਤਿਨੇ ਜਾਣੀ, ਕਿਹਨਾਂ ਨੇ? ਜਿਨ੍ਹਾਂ ਤੇ ਕਿਰਪਾ ਕਰ ਦਿੱਤੀ। ਜਿਸਨੂੰ ਤੋਂ ਜਾਣਾ ਹੈ ਸੋਈ ਜਨ ਜਾਣੈ। ਆਪ ਨਹੀਂ ਜਾ ਸਕਦਾ ਕੋਈ। ਭਗਤ ਜੀ ਕਹਿੰਦੇ ਕਬੀਰ ਸਤ ਸਮੁੰਦੈ ਮਸ ਕਰੋ, ਕਲਮ ਕਰੋ ਗੁਣ ਰਾਏ, ਵਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਹਰੀ ਦੇ ਜਸ, ਉਹਦੀ ਬਾਣੀ। ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ ਲਿਖ ਸਕਦਾ। ਹਮ ਕਿਆ ਗੁਣ ਤੇਰਾ ਵਿਥਰਾ ਸੁਆਮੀ, ਤੂੰ ਅਪਰੋ ਅਪਾਰੋ ਰਾਮ ਰਾਜੇ। ਪਰੇ ਤੋਂ ਪਰੇ ਹੈ ਪਰਮਾਤਮਾ। ਜੇ ਆਪਾਂ ਇੱਕ ਡਿੰਗ ਪੱਟਦੇ ਹਾਂ ਤਾਂ ਮਹਾਰਾਜ ਪਤਾ ਕਿੰਨੇ ਕੁ ਦੂਰ ਹੈ। ਉਹਦਾ ਕੋਈ ਤਿਲ ਜਿਨ ਅੰਤ ਨਹੀਂ ਪਾਸਤੇ ਤਿਲ ਜਿਨਾ ਵੀ। ਹਮ ਕਿਆ ਗੁਣ ਤੇਰਾ ਵਿਥਰਾ ਸੁਆਮੀ, ਤੂੰ ਅਪਰੋ ਅਪਾਰੋ ਰਾਮ ਰਾਜੇ, ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ। ਚੌਥੇ ਪਾਤਸ਼ਾਹ ਦੇ ਬਚਨ ਨੇ ਇਹ। ਸਾਡੀ ਤਾਂ ਇੱਕੋ ਉਦਾਸ ਹੈ ਮਹਾਰਾਜ, ਬਸ ਵੀ ਸਾਡਾ ਗੁਣ ਗਾਉਂਦੇ ਆ, ਆਹ ਦਿਨ ਰਾਤ ਲੰਘਦੇ, ਬਸ ਇਹੀ ਆਸ ਹੈ ਬਸ, ਹੋਰ ਤਾਂ ਕੋਈ ਆਸ ਹੀ ਨਹੀਂ ਗੀ। ਇਸ ਕਰਕੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਤੇਰਾ ਜਸ ਲਿਖਿਆ ਨਾ ਜੀ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ। ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਜਸ ਲਿਖਿਆ ਨਾ ਜੀ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ ਜਸ ਲਿਖਿਆ ਨਾ ਜਾਵੇ, ਲੱਖਾਂ ਮਣਾ ਕਾਗਜ਼ਾਂ ਤੇ। ਲੱਖਾਂ ਮਣਾ ਕਾਗਜ਼ਾਂ ਤੇ ਲੱਖਾਂ ਮਣਾ ਜੀ ਕਾਗਜ਼ਾਂ ਤੇ, ਲੱਖਾਂ ਮਣਾ ਜੀ ਕਾਗਜ਼ਾਂ ਤੇ ਲੱਖਾਂ ਮਣਾ ਦੀ ਕਾਗਜ਼ਾਂ ਤੇ, ਉਹ ਲੱਖਾਂ ਮਣਾ ਦੀ ਕਾਗਜ਼ਾਂ ਤੇ ਕਾਗਜ਼ਾਂ ਤੇ, ਉਹ ਲੱਖਾਂ ਮਣਾ ਦੀ ਕਾਗਜ਼ਾਂ ਤੇ ਲੱਖਾਂ ਮਣਾ ਜੀ ਕਾਗਜ਼ਾਂ ਤੇ, ਲੱਖਾਂ ਮਣਾ ਦੀ ਕਾਗਜ਼ਾਂ ਤੇ ਲੱਖਾਂ ਮਣਾ ਦੀ ਕਾਗਜ਼ਾਂ ਤੇ, ਉਹ ਲੱਖਾਂ ਮਣਾ ਦੀ ਕਾਗਜ਼ਾਂ ਤੇ ਕਾਗਜ਼ਾਂ
कागजां पे लिखिया ना जावे लखा माना कागजाते जस लिखिया ना जी जावे लखा माना कागजाते सत समुंदे मस करो कलम करो गुण गाए वसुधा कागद जो करो हर जस लिखण न जाए। ਭਗਤ ਕਬੀਰ ਜੀ ਕਹਿੰਦੇ ਅਕਾਲ ਪੁਰਖ ਦਾ ਜਸ ਨਹੀਂ ਲਿਖਿਆ ਜਾ ਸਕਦਾ ਭਾਈ, ਬੇਅੰਤ ਹੈ। ਪਾਤਸ਼ਾਹ ਕਹਿੰਦੇ ਪ੍ਰਭ ਕੀ ਅਕਥ ਕਹਾਣੀ ਤਿਨੇ ਜਾਣੀ ਜਿਸ ਆ ਪ੍ਰਭ ਕਿਰਪਾ ਕਰੇ। ਜਿਨ੍ਹਾਂ ਦੀ ਕਿਰਪਾ ਕਰ ਦੇਵੇ ਉਹ ਪ੍ਰਭੂ ਦੀ ਅਗੋਜ ਕਥਾ ਨੂੰ ਜਾਣ ਲੈਂਦੇ। ਜਾਣ ਲਗੇ ਫਿਰ ਜਿਸਨੂੰ ਤੋਂ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ। ਬਸ ਆਹੀ ਗੱਲ ਹੈ, ਉਹਦੇ ਗੁਣ ਹੀ ਗਾਉਣੇ ਆਪਾਂ ਨੇ, ਮੱਤੀ ਲੈਣੀ ਆਪਾਂ ਤਾਂ ਬਸ। ਵਿਦਵਾਨ ਨਹੀਂ ਹੈ, ਬਸ ਉਹਦੀ ਮੱਤ ਲੈਣੀ ਵੀ ਸਵਾਸ ਕੋਈ ਖਾਲੀ ਨਾ ਜਾਵੇ। ਇਹੀ ਆਪਣੀ ਸਭ ਤੋਂ ਵੱਡੀ ਸਿੱਖਿਆ, ਇਹੀ ਆਪਣੀ ਭਾਵਕ ਕਥਾ ਹੈ। ਕਥਾ ਦਾ ਇਹੀ ਨਿਚੋੜ ਆ, ਹੋਰ ਤਾਂ ਕੁਛ ਨਹੀਂ ਗਾ। ਇਹੀ ਕਹਿੰਦੇ ਆਪਾਂ ਭਾਈ ਨਾਮ ਜਪਿਆ ਕਰੋ। ਐਂਡ ਤੇ ਸਾਰੀ ਬਾਤ ਇੱਥੇ ਨਿਬੜਦੀ ਆ ਕਿ ਸਤਿਗੁਰੂ ਪਾਤਸ਼ਾਹ ਜੋ ਸਿੱਖਿਆ ਲੈ ਜਾਂਦੇ ਨੇ ਇੱਥੋਂ ਕਥਾ ਦੀ, ਫਿਰ ਉਹ ਪਰਮੇਸ਼ਰ ਨੂੰ ਭੁੱਲਦੇ ਨਹੀਂ ਗੇ ਭਾਈ, ਭੁੱਲਦੇ ਨਹੀਂ ਗੇ। ਇਹੋ ਇੱਕ ਸਿੱਟਾ ਹੈ, ਬਸ ਮਨ ਵਿੱਚ ਵਸ ਗਿਆ, ਫਿਰ ਤਾਂ ਵਾਹਿਗੁਰੂ ਵਾਹਿਗੁਰੂ ਹੋਣਾ। ਸਤਿਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਤਿਨਹਿ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅੰਮ੍ਰਿਤੀਆ ਫਿਰ ਨਾ ਮੂਆ। ਜਿਨ੍ਹਾਂ ਨੇ ਜਾਣ ਲਈ ਅਮਰ ਹੋ ਜਾਂਦੇ ਨੇ, ਬਾਰ ਬਾਰ ਨਹੀਂ ਮਰਦੇ। ਉਹ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ। ਜੋ ਅੰਮ੍ਰਿਤ ਰੂਪੀ ਬਾਣੀ ਦਾ ਜਾਪ ਕਰਦੇ ਆ ਨਿਰੰਤਰ, ਸਤਿਗੁਰੂ ਮਹਾਰਾਜ ਕਹਿੰਦੇ ਉਹ ਅਮਰ ਹੋ ਜਾਂਦੇ ਹੈ। ਅਮਰ ਥੀਆ ਫਿਰ ਨਾ ਮੂਆ ਕਲ ਕਲੇਸ਼ਾਂ ਦੁੱਖ ਹਰੇ। ਆ ਜਿਹੜੇ ਕਲਯੁਗ ਦੇ ਕੱਲ ਕਲੇਸ਼ਾਂ ਵਿੱਚ ਤੜਫ ਰਹੇ ਆਪਾਂ, ਇਹ ਸਾਰੇ ਹਰੀ ਹਰ ਹੋ ਜਾਣਗੇ ਜਦੋਂ ਆਪਾਂ ਮਨ ਕਰਕੇ ਬਾਣੀ ਨਾਲ ਜੁੜ ਕੇ। ਆਪਾਂ ਭਾਈ ਬਾਣੀ ਨਾਲ ਜੁੜ ਕੇ ਮਨ ਕਰਕੇ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਕਹਿੰਦੇ ਜਿਨ੍ਹਾਂ 'ਤੇ ਕਿਰਪਾ ਕੀਤੀ, ਜਿਵੇਂ ਗੁਰੂ ਮਹਾਰਾਜ ਸ਼੍ਰੀ ਹਰਿਕ੍ਰਿਸ਼ਨ ਮਹਾਰਾਜ ਜੀਆਂ ਦੇ ਜੀਵਨ ਦੇ ਵਿੱਚੋਂ ਭਾਵ ਕਿ ਇੱਕ ਸਾਖੀ ਪ੍ਰਾਪਤ ਹੁੰਦੀ ਮਿਲਦੀ। ਜਿਸ ਵੇਲੇ ਗੁਰੂ ਮਹਾਰਾਜ ਕਹਿੰਦੇ ਰਾਜਾ ਜੈ ਸਿੰਘ ਦੀ ਬੇਨਤੀ ਤੇਨ ਕਰਨ 'ਤੇ ਨਾ ਕੀਰਤਪੁਰ ਤੋਂ ਚੱਲ ਕੇ ਦਿੱਲੀ ਨੂੰ ਜਾ ਰਹੇ ਨੇ ਮਹਾਰਾਜ। ਬੇਨਤੀ ਪ੍ਰਵਾਨ ਕੀਤੀ ਮਹਾਰਾਜ ਕਿਰਪਾ ਕਰੋ, ਸਿੱਖ ਸੰਗਤ ਦਰਸ਼ਨਦਾਰੇ ਬਖਸ਼ਿਸ਼ ਕਰੋ, ਭਲਾ ਕਰੋ ਉਹਨਾਂ ਦਾ। ਉਸ ਵੇਲੇ ਪਾਤਸ਼ਾਹ ਜੀ ਕਹਿੰਦੇ ਸਿੱਖ ਸੰਗਤਾਂ ਦੇ ਭਲੇ ਹਿੱਤ ਜਦੋਂ ਕੀਰਤਪੁਰ ਤੋਂ ਚੱਲੇ ਨਗਰ ਸ਼ਹਿਰਾਂ ਵਿੱਚ ਚੱਲਦੇ ਕਲਯੁਗੀ ਜੀਵਾਂ ਦਾ ਪਾਰ ਉਤਾਰਾ ਕਰਦੇ ਕਰਦੇ ਹੌਲੀ ਹੌਲੀ ਪੜਾ ਅਦਰ ਪੜਾ ਕਰਦੇ ਕਹਿੰਦੇ ਨਗਰ ਪੰਜੋਖਰਾ ਪਹੁੰਚੇ ਮਹਾਰਾਜ। ਨਗਰ ਪੰਜੋਖਰਾ ਪਹੁੰਚੇ, ਉੱਥੇ ਗੁਰੂ ਪਾਤਸ਼ਾਹ ਨੇ ਆਪਣਾ ਉਤਾਰਾ ਕੀਤਾ, ਡੇਰਾ ਕੀਤਾ
ਤੇ ਗੁਰੂ ਪਾਤਸ਼ਾਹ ਦੇ ਨਾਲ ਬਹੁਤ ਵਿਸ਼ਾਲ ਇਕੱਠ ਸਿੱਖ ਸੰਗਤਾਂ ਦਾ, ਬਹੁਤ ਜ਼ਿਆਦੇ। ਜਿਹੜੇ ਨਗਰ ਵਿੱਚ ਲੰਘਦੇ ਮਹਾਰਾਜ ਨਾ, ਮਨ ਉਹਨਾਂ ਦੇ ਪ੍ਰਵਚਨ ਇੰਨੇ ਮਿੱਠੇ ਸੀਗੇ, ਇੰਨੇ ਮਿੱਠੇ ਬੋਲ ਸੀ ਉਹਨਾਂ ਦੇ, ਜਿਹੜਾ ਸੁਣਦਾ ਸੀ ਨਾਲ ਹੀ ਤੁਰ ਪੈਂਦਾ ਸੀਗਾ, ਨਾਲ ਹੀ ਤੁਰ ਪੈਂਦਾ। ਬਹੁਤ ਜ਼ਿਆਦੇ ਇਕੱਠ, ਜਿਵੇਂ ਕਹਿੰਦੇ ਤ੍ਰੇਤੇ ਯੁੱਗ ਦੀ ਗੱਲ ਆ ਨਾ, ਜਦੋਂ ਹਰਿਰਾਮ ਜੀ ਨੇ ਛੱਡਿਆ ਸੀ ਯੁੱਧਿਆ, ਸਾਰੀ ਯੁੱਧਿਆ ਮਗਰ ਤੁਰ ਪੈਂਦੀ। ਇਸੇ ਤਰ੍ਹਾਂ ਕਹਿੰਦੇ ਗੁਰੂ ਮਹਾਰਾਜ ਨੇ ਜਾਂ ਨਗਰ ਵਿੱਚ ਲੰਘਦੇ ਸੀਗਾ, ਸਾਰਾ ਨਗਰ ਮਾਗਰੀ ਤੁਰ ਪੈਂਦਾ ਮਹਾਰਾਜ ਦੇ। ਬਹੁਤ ਇਕੱਠ ਸੀਗਾ। ਇਕੱਠ ਉੱਥੇ ਕਹਿੰਦੇ ਉਹ ਨਗਰ ਦੇ ਵਿੱਚ ਇੱਕ ਵਿਦਵਾਨ ਉੱਚ ਕੋਟੀ ਦਾ ਬ੍ਰਾਹਮਣ ਪੰਡਤ ਲਾਲ ਚੰਦ, ਜਿਨ ਆਪਣੀ ਵਿਦਿਆ ਦਾ ਬੜਾ ਹੰਕਾਰ ਹੈ, ਆਪਣੇ ਬਰਾਬਰ ਕਿਸੇ ਨੂੰ ਗਿਣਦਾ ਨਹੀਂ ਗਾ, ਤੁਰਦਾ ਫਿਰਦਾ, ਉਹ ਉੱਥੇ ਆ ਗਿਆ। ਦੇਖਿਆ ਬੜਾ ਇਕੱਠ ਹੈ, ਕੀ ਕਾਰਨ, ਕੌਣ ਇੱਥੇ ਆਇਆ, ਕੌਣ ਇੱਥੇ ਆਇਆ। ਉਹ ਗੁਰਸਿੱਖ ਨੂੰ ਪੁੱਛਦਾ ਹੈ, ਇੱਥੇ ਕੌਣ ਆਇਆ ਬਈ, ਕਿੱਥੋਂ ਆਏ ਨੇ, ਕਿੱਥੇ ਜਾ ਰਹੇ ਨੇ, ਨਾਮ ਕੀ ਹੈ ਇਹਨਾਂ ਦਾ। ਉਹ ਗੁਰਸਿੱਖ ਕਹਿਣ ਲੱਗਾ, ਜੀ ਇਹ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇ 8ਵੇਂ ਸਰੂਪ ਨੇ। ਜਦੋਂ ਇਹ ਗੱਲ ਸੁਣੀ, ਸਾਰਾ ਮਹਾਰਾਜ ਦਾ ਜੀਵਨ ਦੇ ਭਾਵ ਗੱਲ ਪੁੱਛੀ ਵੀ ਕਿੰਨੇ ਕੁ ਉਮਰ ਹੈ, ਕਿੰਨੇ ਕੁ ਪੜ੍ਹੇ ਲਿਖੇ ਨੇ। ਜਦੋਂ ਉਮਰ ਦੀ ਗੱਲ ਹੋਈ, ਉਮਰ ਮਹਾਰਾਜ ਸਾਰੀ 8 ਸਾਲ ਦੀ ਉਮਰ ਸੀਗੀ, 8 ਸਾਲ ਦੀ ਉਮਰ ਸੀਗੀ। ਜਦੋਂ 8 ਸਾਲ ਦੀ ਉਮਰ ਸੁਣੀ ਤਾਂ ਉਹ ਜਦੇ ਕਹਿਣ ਲੱਗਾ ਵੀ ਇੰਨੀ ਕੁ ਉਮਰ ਦੇ ਵਿੱਚ ਇੰਨਾ ਇਕੱਠ, ਤੇ ਇਹ ਤਾਂ ਸਾਰਾ ਨਿਰਾ ਪਖੰਡ ਹੈ। ਗੁਰੂ ਪਾਤਸ਼ਾਹ ਦੀ ਮਹਿਮਾ ਸੁਣ ਕੇ ਉਹ ਸਹਾਰ ਨਾ ਸਕਿਆ, ਨਾਮ ਸੁਣ ਕੇ। ਜਿਹੜੇ ਮਨਮੁਖ ਲੋਕ ਨੇ ਨਾ, ਉਹਨਾਂ ਨੂੰ ਗੁਰਬਾਣੀ ਜਾਂ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ ਭਾਈ। ਹੁਣ ਇਹੀ ਹਾਲ ਉਹਦਾ ਸੀ ਪੰਡਤ ਦਾ। ਜਦੋਂ ਗੁਰੂ ਦੀ ਮਹਿਮਾ ਸੁਣੀ, ਸਹਾਰ ਨਾ ਸਕਿਆ। ਇਸੇ ਕਰਕੇ ਕਹਿੰਦਾ, ਚੰਗੀ ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ, ਜੀ ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ। ਮਨ ਮੁਖ ਬੰਦਿਆਂ ਨੂੰ, ਮਨ ਮੁਖ ਬੰਦਿਆਂ ਨੂੰ। ਲੱਗੇ ਨਾ ਗੁਰਾਂ ਦੀ ਮਹਿਮਾ, ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ। ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ। ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ, ਜੀ ਲੱਗੇ ਨਾ ਗੁਰਾਂ ਦੀ ਮਹਿਮਾ, ਮਨ ਮੁਖ ਬੰਦਿਆਂ ਨੂੰ। ਮਨ ਮੁਖ ਬੰਦਿਆਂ ਨੂੰ। ਮਨ ਮੁਖ ਬੰਦਿਆਂ ਨੂੰ। ਮਨ ਮੁਖ ਜੀ ਬੰਦਿਆਂ ਨੂੰ, ਮਨ ਮੁਖ ਜੀ ਬੰਦਿਆਂ ਨੂੰ। ਮਨ ਮੁਖ ਜੀ ਬੰਦਿਆਂ, ਓ ਮਨ ਮੁਖ ਜੀ ਬੰਦਿਆਂ ਨੂੰ। ਮਨ ਮੁਖ ਜੀ
ਬੰਦਿਆਂ ਨੂੰ ਮਨ ਮੁਖ ਜੀ ਬੰਦਿਆਂ ਨੂੰ ਮਨ ਮੁਖ ਜੀ ਬੰਦਿਆਂ ਨੂੰ ਮਨ ਮੁਖ ਜੀ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਕੀ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਮੁਖ ਬੰਦਿਆਂ ਨੂੰ ਕੀ ਲੱਗੇ ਨਾ ਗੁਰਾਂ ਦੀ ਮਹਿਮਾ ਮੁਖ ਬੰਦਿਆਂ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਗੁਰੂ ਦੀ ਮਹਿਮਾ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ। ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਵੇਂ ਕੰਡਾ ਹੈ ਜਿਉਂ ਜਿਉਂ ਚਲਾ ਚਬਾ ਦੁਖ ਪਾਵੈ ਜਮ ਕਾਲ ਸਹਸਰ ਡੰਡਾ ਹੈ। ਮਨਮੁਖਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਦਾ ਆਨੰਦ ਨਹੀਂ ਆਉਂਦਾ। ਉਹਨਾਂ ਦੇ ਅੰਦਰ ਹਉਮੈ ਦਾ ਹੰਕਾਰ ਦਾ ਇਹ ਕੰਡਾ ਬੜਾ ਦੁੱਖ ਦਿੰਦਾ ਹੈ। ਹੁਣ ਜਿਹੜਾ ਇਹ ਭਾਵ ਕੇ ਲਾਲ ਚੰਦ ਪੰਡਤ ਤੇ ਬੜਾ ਵਿਦਵਾਨ ਉੱਚ ਕੋਟੀ ਦਾ ਕਹਿੰਦੇ ਜਦੋਂ ਗੁਰੂ ਪਾਤਸ਼ਾਹ ਦੀ ਮਹਿਮਾ ਸੁਣੀ ਨਾਮ ਸੁਣਿਆ ਉਸ ਵੇਲੇ ਕਹਿਣ ਲੱਗਾ ਕਹਿੰਦੇ ਦਵਾਪਰ ਯੁੱਗ ਦੇ ਵਿੱਚ ਕਹਿੰਦੇ ਈਸ਼ਵਰ ਅਵਤਾਰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਹੋਏ ਨੇ। ਕਹਿੰਦੇ ਸਾਰੀ ਦੁਨੀਆ ਜਾਣਦੀ ਆ, ਸਾਰੀ ਦੁਨੀਆ ਜਾਣਦੀ ਹੈ। ਕਹਿੰਦੇ ਇਹਨਾਂ ਨੇ ਉਹਨਾਂ ਤੋਂ ਵੀ ਨਾਂ ਵੱਡਾ ਰਖਵਾਲਿਆ। ਉਹਨਾਂ ਨੇ ਕਹਿੰਦੇ ਇੱਕ ਗੀਤਾ ਨਾਮ ਰੂਪੀ ਗ੍ਰੰਥ ਰਚਿਆ, ਉਹਦੇ ਸ਼ਲੋਕ ਬੜੇ ਮਹਿੰਗੇ ਨੇ, ਜਿਹਨੂੰ ਪੜ੍ਹ ਸੁਣ ਕੇ ਲੋਕ ਗਿਆਨ ਦੇ ਰਸਤੇ ਚੱਲਦੇ ਹੈ, ਭਗਤੀ ਰਸਤੇ ਚੰਗੇ ਕਰਮ ਕਰਦੇ ਹੈ। ਜੇ ਇਹਨਾਂ ਨੇ ਉਹਨਾਂ ਦਾ ਨਾਂ ਵੱਡਾ ਰਖਾਵਾ ਹਰਿ ਕ੍ਰਿਸ਼ਨ ਸਾਹਿਬ ਤਾਂ ਕਹਿੰਦੇ ਉਹ ਗੀਤਾ ਦੇ ਮੈਨੂੰ ਅਰਥ ਕਰਕੇ ਸੁਣਾ ਦੇਣ। ਬਸ ਸ਼ੰਕਾ ਕੀਤੀ ਮਹਾਰਾਜ ਤੇ। ਇਹ ਪੜ੍ਹਿਆ ਹੋਇਆ ਸੀ ਆਪਣੇ ਬੜਾ ਵਿਦ ਕਹਾਉਣ ਕਹਾਉਂਦਾ, ਜਿਵੇਂ ਪਾਤਸ਼ਾਹ ਪ੍ਰਮਾਣ ਕਰਦੇ ਨੇ ਜੇਤਾ ਪੜ੍ਹਿਆ ਤੇਤਾ ਕੜਿਆ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ। ਜਿਹਦੇ ਅੰਦਰ ਲੱਭ ਤੇ ਲੋਭ ਹੰਕਾਰ ਆ ਜਾਵੇ ਉਹ ਮੂਰਖ ਹੈ। ਉਹ ਨਹੀਂ ਵੈਸੇ ਉਹ ਪੜ੍ਹਾਈ ਕੋਈ ਗੁਣ ਚੰਗਾ ਮਾੜਾ ਨਹੀਂ ਹੈ। ਜਦੋਂ ਆਪਾਂ ਨੂੰ ਉਹ ਗੁਣ ਦਾ ਹੰਕਾਰ ਹੋ ਜਾਵੇ, ਕੋਈ ਵੀ ਚੀਜ਼ ਆ ਚਾਹੇ ਆਪਾਂ ਨਿਤਨੇਮ ਕਰਦੇ ਹੰਕਾਰ ਤਾਂ ਉਹਦਾ ਮਾੜਾ ਹੁੰਦਾ, ਆਪਾਂ ਸੇਵਾ ਕਰ ਲਈ ਹੰਕਾਰ ਤਾਂ ਉਹਦੇ ਮਾੜਾ ਹੁੰਦਾ, ਆਪਾਂ ਦਾਨ ਕਰਦੇ ਉਹਦਾ ਵੀ ਹੰਕਾਰ ਮਾੜਾ ਹੁੰਦਾ। ਹੰਕਾਰ ਤਾਂ ਕੋਈ ਚੀਜ਼ ਚੰਗੀ ਨਹੀਂ ਹੈ। ਹੰਕਾਰ ਹੈ ਫਿਰ ਤਾਂ ਇਕੱਲਾ ਉਹੀ ਹੈ ਬਸ। ਕਿਸੇ ਗੁਣ ਦਾ ਹੰਕਾਰ ਕਰ ਲਿਆ, ਗੁਣ ਮਿੱਟੀ ਵਿੱਚ ਮਿਲ ਗਿਆ ਬਸ। ਗੁਣ ਨੂੰ ਪਾ ਕੇ ਹੰਕਾਰ ਨਹੀਂ ਕਰਨਾ, ਗੁਣ ਨੂੰ ਪਾ ਕੇ ਨਿਮਰਤਾ ਧਾਰਨ ਕਰਨੀ ਹੈ। ਨਹੀਂ ਗੁਰੂ ਪਾਤਸ਼ਾਹ ਫਰਮਾਨ ਕਰਦੇ ਕਹਿੰਦੇ ਐਸੇ ਬਥੇਰੇ ਦੁਨੀਆ ਤੇ ਨੇ। ਜਦੋਂ ਸ਼ੰਕਾ ਕਰਦਾ ਸਿੱਖ ਨੂੰ ਕਹਿੰਦਾ ਮੈਂ ਤਾਂ ਜਾਣੂੰਗਾ ਜੇ ਗੁਰੂ ਮੇਰੇ ਸਵਾਲਾਂ ਦਾ ਉੱਤਰ ਦੇ ਦੇਊਗਾ। ਉਹ ਕਹਿਣ ਲੱਗੇ ਤੂੰ ਸ਼ੰਕਾ ਨਾ ਕਰ ਗੁਰੂ ਤੇ, ਗੁਰੂ ਤਾਂ ਜਾਣ ਹੀ ਜਾਣ ਹੈ, ਤੇਰੇ ਜਿੰਨੇ ਭਾਵ ਕੇ ਤੇਰੇ ਸ਼ੰਕੇ ਨੇ ਸਾਰਿਆਂ ਦੇ ਉੱਤਰ ਦੇ ਦੇਣਗੇ। ਉਸ ਵੇਲੇ ਗੁਰੂ ਪਾਤਸ਼ਾਹ ਤੇ ਉਹ ਸਿੱਖ ਭਾ ਪੰਡਤ ਨੂੰ ਕਹਿ ਰਿਹਾ ਕੱਢ ਦੇਣਗੇ ਭਲੇਖੇ ਪੰਡਤਾ ਤੇਰੇ, ਸ਼ੰਕ ਕਾਨੂੰ ਕਰਦਾ ਗੁਰਾਂ ਤੇ। ਦੇਣਗੇ ਭਲੇਖੇ ਪੰਡਤਾ ਤੇਰੇ, ਸ਼ੰਕ ਕਾਨੂੰ ਕਰਦਾ ਗੁਰਾਂ ਤੇ।
ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਸੋ ਦੇਣਗੇ ਭੁਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਸ਼ੰਕਾ ਕਾਨੂੰ ਜੀ ਕਰਦਾ ਗੁਰਾਂ ਤੇ ਸ਼ੰਕਾ ਕਾਨੂੰ ਜੀ ਕਰਦਾ ਗੁਰਾਂ ਤੇ ਸ਼ੰਕਾ ਕਾਨੂੰ ਜੀ ਕਰਦਾ ਗੁਰਾਂ ਤੇ ਸੋ ਸ਼ੰਕਾ ਕਾਨੂੰ ਜੀ ਕਰਦਾ ਗੁਰਾਂ ਤੇ ਕਰਦਾ ਗੁਰਾਂ ਤੇ ਤੂੰ ਸ਼ੰਕਾ ਕਾਨੂੰ ਜੀ ਕਰਦਾ ਗੁਰਾਂ ਤੇ 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 ਤੂੰ ਸ਼ੰਕਾ ਕਾਨੂੰ ਜੀ ਕਰਦਾ ਗੁਰਾਂ ਤੇ ਕਰਦਾ ਗੁਰਾਂ ਤੇ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਤੇਰੇ ਪੰਡਤਾ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਛੱਡ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਸ਼ੰਕਾ ਕਾਨੂੰ ਕਰਦਾ ਗੁਰਾਂ ਤੇ ਦੇਣਗੇ ਭਲੇਖੇ ਪੰਡਤਾ ਤੇਰੇ ਕਾਨੂੰ ਕਰਦਾ ਗੁਰਾਂ ਤੇ ਸਿੱਖ ਕਹਿਣ ਲੱਗਾ ਪੰਡਤ ਜੀ ਸ਼ੰਕਾ ਨਾ ਕਰ ਸਮਰੱਥ ਹੈ ਗੁਰੂ ਨਿਰੰਕਾਰ ਦਾ ਰੂਪ ਨੇ ਗੁਰੂ ਨਾਨਕ ਦਾ ਰੂਪ ਨੇ ਆ ਜਿਹੜੇ ਤੂੰ ਸੰਸੇ ਲਈ ਫਿਰਦਾ ਨੇ ਸਾਰੇ ਕੱਢ ਦੇਣਗੇ ਉਹ ਨਿਰੰਕਾਰ ਦੀ ਜੋਤ ਹੈ ਉਸ ਵੇਲੇ ਪੰਡਤ ਬਾਹਲਾ ਹੰਕਾਰੀ ਸੀ ਕਿਉਂਕਿ ਪਾਤਸ਼ਾਹ ਫਰਮਾਨ ਕਰਦੇ ਨੇ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਤ ਪੜ ਪੜ ਵੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀਐ ਜੇਤੇ ਵਰਸ ਵਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖਾਏ ਗੱਲ ਹਰ ਹਉਮੈ ਝਖਣਾ ਝਾਖ ਮਹਾਰਾਜ ਕਹਿੰਦੇ ਇੰਨਾ ਪੜਿਆ ਸਵਾਸ ਸਾਰੀ ਜ਼ਿੰਦਗੀ ਪੜ ਪੜ ਕੇ ਗੱਡੀਆਂ ਲੱਦ ਲਈਆਂ ਪੜ ਪੜ ਕੇ ਕਹਿੰਦੇ ਬੇੜੀਆਂ ਭਰ ਲੀਆਂ ਕਮਰੇ ਭਰਤੇ ਗ੍ਰੰਥਾਂ ਦੇ ਪਰ ਉਹ ਪੜ੍ਹਾਈ ਦੇ ਵਿੱਚੋਂ ਜਿਹੜਾ ਚੀਜ਼ ਲੈਣੀ ਸੀ ਲਈ ਉਹ ਨਹੀਂ ਗਈ ਉਹ
ਉਹ ਤਾਂ ਵਾਂਝੀ ਰਹਿ ਗਿਆ। ਲੈਣੀ ਤਾਂ ਅਕਲ ਸੀ, ਲੈਣੀ ਤਾਂ ਨਿਮਰਤਾ ਸੀ, ਲੈਣਾ ਤਾਂ ਨਾਮ ਸੀ ਆਪਾਂ ਨੇ ਪੜ੍ਹਾਈ ਚੋਂ। ਉਹੀ ਪੜ੍ਹ ਕੇ ਕਿਤਾਬਾਂ ਰੱਖੀ ਗਿਆ, ਉਹਦਾ ਕੀ ਫਾਇਦਾ ਹੋਇਆ? ਇਹ ਬਾਅਦ ਪੜ੍ਹਾਈਆਂ ਨਾਮ ਤੋਂ ਕਿਸੇ ਕੰਮ ਨਹੀਂ ਆਉਂਦੀਆਂ। ਪਾਤਸ਼ਾਹ ਕਹਿੰਦੇ ਜੇ ਆਪਣੀ ਪੜ੍ਹਾਈ ਦੇ ਵਿੱਚ ਗੁਰੂ ਨਾਨਕ ਦਾ ਨਾਮ ਨਹੀਂ ਹੈ ਤਾਂ ਆਪਣੀ ਪੜ੍ਹਾਈ ਲੇਖੇ ਵਿੱਚ ਹੈ ਹੀ ਨਹੀਂ ਗੀ, ਹੈ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਤਾਂ ਪੜ੍ਹਾਈ ਤਦੋਂ ਪ੍ਰਵਾਨ ਹੋਣੀ ਹੈ ਜਦੋਂ ਆਪਾਂ ਪਰਮੇਸ਼ਰ ਦੇ ਗੁਣ ਗਾਵਾਂਗੇ। ਇਹ ਵਿਦਿਆ ਦਾ ਚੰਗਾ ਕਹਿੰਦੇ ਪ੍ਰਯੋਗ ਕਰਾਂਗੇ। ਜੇ ਪੜ੍ਹ ਕੇ ਹੰਕਾਰ ਕਰ ਲੈ ਮੇਰੇ ਵਰਗਾ ਦੁਨੀਆ ਤੇ ਕੋਈ ਹੈ ਨਹੀਂ। ਪਾਤਸ਼ਾਹ ਕਹਿੰਦੇ ਨੇ ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਐ, ਬਹੁਤੀਆਂ ਪੜ੍ਹਾਈਆਂ ਵਾਲਿਆਂ ਇੱਕੋ ਗੱਲ ਲੇਖੇ ਵਿੱਚ ਪੈਣੀ, ਬਹੁਤੀਆਂ ਪੜ੍ਹਾਈਆਂ ਵਾਲਿਆਂ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆਂ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆਂ ਪੜ੍ਹਾਈਆਂ ਵਾਲਿਆ ਬਹੁਤੀਆਂ ਪੜ੍ਹਾਈਆਂ ਵਾਲਿਆ ਇੱਕੋ ਗੱਲ ਲੇਖੇ ਵਿੱਚ ਪੈਣੀ ਬਹੁਤੀਆਂ ਪੜ੍ਹਾਈਆਂ ਵਾਲਿਆ ਇੱਕੋ ਗੱਲ ਲੇਖੇ ਵਿੱਚ ਪੈਣੀ ਬਹੁਤੀਆਂ ਪੜ੍ਹਾਈਆਂ ਵਾਲਿਆਂ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆਂ ਇੱਕੋ ਗੱਲ ਲੇਖੇ ਵਿੱਚ ਪੈਣੀ ਹੈ, ਬਹੁਤੀਆਂ ਪੜ੍ਹਾਈਆਂ ਵਾਲਿਆਂ ਬਹੁਤੀਆਂ ਦੀ ਪੜ੍ਹਾਈਆਂ ਵਾਲਿਆ ਬਹੁਤੀਆਂ ਦੀ ਪੜ੍ਹਾਈਆਂ ਵਾਲਿਆ ਬਹੁਤੀਆਂ ਦੀ ਪੜ੍ਹਾਈਆਂ ਵਾਲਿਆ ਇੱਕੋ ਗੱਲ ਲਿਖੀ ਵਿੱਚ ਪੈਣੀ ਬਹੁਤੀਆਂ ਪੜ੍ਹਾਈਆਂ ਵਾਲਿਆ ਇੱਕੋ ਗੱਲ ਲਿਖੇ ਵਿੱਚ ਪੈਣੀ ਬਹੁਤੀਆਂ ਪੜ੍ਹਾਈਆਂ ਵਾਲਿਆ ਇੱਕੋ ਗੱਲ ਲਿਖੇ ਵਿੱਚ ਪੈਣੀ ਬਹੁਤੀਆਂ ਉਸ ਵੇਲੇ ਕਹਿੰਦੇ ਵੀ ਜਿਹੜੀ ਗੁਰੂ ਪਾਤਸ਼ਾਹ ਦੇ ਕੋਲ ਸਿੱਖ ਗਿਆ, ਸਿੱਖ ਕਹਿਣ ਲੱਗਾ ਮਹਾਰਾਜ ਜੀ ਇੱਕ ਬਾਹਰ ਪੰਡਤ ਵਿਦਵਾਨ ਆਇਆ, ਉਹਨੂੰ ਆਪਣੀ ਵਿਦਿਆ 'ਤੇ ਬੜਾ ਹੰਕਾਰ ਹੈ,
ਤੇ ਤੁਹਾਡੇ ਸ਼ੰਕਾ ਕਰ ਰਿਹਾ ਬਹੁਤ ਜ਼ਿਆਦਾ ਵੀ ਇੰਨੀ ਕੁ ਉਮਰ ਦੇ ਵਿੱਚ ਕਿਹੜੀ ਪੜ੍ਹਾਈ ਕਰ ਲਈ, ਕੀ ਇਹਨਾਂ ਨੇ ਕਮਾਈਆਂ ਕਰ ਲਈਆਂ ਇਹਨਾਂ ਨੇ। ਉਹ ਕਹਿੰਦਾ ਵੀ ਜਿਹੜੇ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਕਹਿੰਦੇ ਗੀਤਾ ਨਾਮ ਦਾ ਗ੍ਰੰਥ ਲਿਖਿਆ ਵੀ ਉਹਦੇ ਅਰਥ ਕਰਕੇ ਸੁਣਾ ਦੇਣ ਸਾਨੂੰ, ਫਿਰ ਮੈਂ ਨਾਮ ਮੰਨ ਲਵਾਂ ਵੀ ਇਹਨਾਂ ਦਾ ਨਾਮ ਧਰਾਇਆ ਠੀਕ ਹੈ ਹਰਿਕ੍ਰਿਸ਼ਨ, ਨਹੀਂ ਤਾਂ ਐਵੇਂ ਪਖੰਡੀ ਹੈ। ਪਾਤਸ਼ਾਹ ਕਹਿੰਦੇ ਭਾਈ ਉਹਦੇ ਮਨ ਬੁੱਧ ਵਿੱਚ ਕਹਿੰਦੇ ਅਗਿਆਨ ਦਾ ਮੋਤੀਆ ਉਤਰਿਆ, ਉਹਨੂੰ ਹੰਕਾਰ ਆਪਣੀ ਵਿਦਿਆ ਦਾ ਲੈ ਕੇ ਆ। ਉਹਦੇ ਕਹਿੰਦੇ ਮਨ ਬੁੱਧੀ ਨੇਤਰਾਂ ਦੇ ਵਿੱਚ ਗਿਆਨ ਦਾ ਸਰਮਾ ਪਾ ਕੇ ਲੋਟ ਕਰਾਂਗੇ, ਲੈ ਕੇ ਆ। ਕਿਉਂਕਿ ਗੁਰੂ ਪਾਤਸ਼ਾਹ ਨੂੰ ਹੰਕਾਰ ਨਹੀਂ ਪਾਉਂਦਾ ਕਿਸੇ ਦਾ। ਇੱਥੇ ਹੰਕਾਰ ਨਹੀਂ ਚੱਲਦਾ, ਇੱਥੇ ਪੜ੍ਹਾਈਆਂ ਨਹੀਂ ਚੱਲਦੀਆਂ, ਇੱਥੇ ਤਾਂ ਅਨਪੜ੍ਹਿਆ ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵ ਹੈ। ਇੱਥੇ ਤਾਂ ਜਿਹੜਾ ਆਪਣੇ ਆਪ ਨੂੰ ਕਹਿੰਦੇ ਬਾਹਲਾ ਪੜ੍ਹਿਆ ਕਹਾਉਂਦਾ, ਪਿੱਛੇ ਰਹਿ ਜਾਂ ਅਨਪੜ੍ਹ ਹੀ ਲੈ ਜਾਂਦੇ ਨੇ ਕੰਮ ਚੱਕ ਕੇ। ਭਗਤ ਕਬੀਰ ਜੀ ਦੇ ਬਚਨ ਪੜ੍ਹ ਕੇ ਦੇਖੋ, ਕਬੀਰ ਮੈਂ ਜਾਣਿਆ ਪੜ੍ਹਵੋ ਭਲੋ, ਪੜ੍ਹਵੇ ਸਿਉ ਭਲ ਜੋਗ। ਕਹਿੰਦਾ ਮੈਂ ਜਾਣਿਆ ਸੀਗਾ ਵੀ ਜਿਹੜੇ ਪੜ੍ਹੇ ਲਿਖੇ ਲੋਕ ਨੇ ਚੰਗੇ ਹੋਣਗੇ, ਅਕਲਦਾਨ ਹੋਣਗੇ, ਪਰ ਇਹਨਾਂ ਆਪਣੀ ਪੜ੍ਹਾਈ ਦਾ ਮਾਣ ਹੀ ਬਹੁਤ ਹੋ ਗਿਆ, ਹੰਕਾਰ ਹੀ ਬਹੁਤ ਹੋ ਗਿਆ ਇਹਨਾਂ ਨੂੰ ਤਾਂ ਅਨਪੜ੍ਹੇ ਲੋਕ ਠੀਕ ਨੇ, ਜਿਨ੍ਹਾਂ ਨੂੰ ਕੋਈ ਹੰਕਾਰ ਨਹੀਂ ਹੈ, ਰੱਬ ਨੂੰ ਚੇਤੇ ਰੱਖਦੇ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਲੈ ਕੇ ਆ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਇਹ ਕੰਮ ਹੈ। ਪਾਤਸ਼ਾਹ ਜੀ ਕਹਿੰਦੇ ਹਰ ਜਿਉ ਹੰਕਾਰ ਨਾ ਭਾਵੇ, ਹਰੇ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਪਰ ਜਿਹੜੇ ਵੇਦ ਨੇ ਮਹਾਰਾਜ ਕਹਿੰਦੇ ਕੂਕਾ ਮਾਰ ਕੇ ਦੱਸਦੇ ਹੈ, ਹਰ ਜਿਉ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਏ। ਜਿਹੜੇ ਵੇਦ ਨੇ ਕੂਕਾ ਮਾਰ ਕਹਿੰਦੇ ਭਾਈ ਹੰਕਾਰ ਨਾ ਕਰ, ਹੰਕਾਰ ਵਾਲਾ ਬੰਦਾ ਕਦੇ ਪਾਸ ਨਹੀਂ ਹੋ ਸਕਦਾ। ਇਸ ਕਰਕੇ ਪਰਮਾਤਮਾ ਦੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ, ਤੇਰਾ ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ, ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ, ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ, ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ। ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ, ਹੰਕਾਰ ਨਾ ਗੁਰਾਂ ਨੂੰ ਪਾਈ ਪਾਵੇ, ਕੋਕਾ ਮਾਰ ਵੇਦ ਆਖਦੇ, ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ, ਹੰਕਾਰ ਨਾ ਗੁਰਾਂ ਨੂੰ ਬੰਦਿਆ ਪਾਵੇ, ਕੋਕਾ ਮਾਰ ਵੇਦ ਆਖਦੇ। ਕੋਕਾ ਮਾਰ ਜੀ ਵੇਦ ਆਖਦੇ, ਕੋਕਾ ਮਾਰ ਜੀ ਵੇਦ ਆਖਦੇ, ਕੋਕਾ ਮਾਰ ਜੀ ਵੇਦ ਆਖਦੇ, ਓ ਕੋਕਾ ਮਾਰ ਜੀ ਵੇਦ ਆਖਦੇ।
ਦੇ ਤੁਕਾਂ ਮਾਰ ਜੀ ਵੇਦ ਆਖਦੇ ਤੁਕਾਂ ਮਾਰ ਜੀ ਵੇਦ ਆਖਦੇ ਓ ਤੁਕਾਂ ਮਾਰ ਜੀ ਵੇਦ ਆਖਦੇ ਕਾਰਨਾ ਗੁਰਾਂ ਨੂੰ ਪਾਵੇ ਗੁਰਾਂ ਨੂੰ ਪਾਵੇ ਵੇਦਾਂ ਮਾਰ ਕੋ ਆਖਦੇ ਕਾਰਨਾ ਗੁਰਾਂ ਨੂੰ ਵੰਦਿਆ ਪਾਵੇ ਕੋਕਾ ਮਾਰ ਵੇਦ ਆਖਦੇ ਕਾਰਨਾ ਗੁਰਾਂ ਨੂੰ ਵੰਦਿਆ ਪਾਵੇ ਹੇ ਕੋਕਾ ਮਾਰ ਵੇਦ ਆਖਦੇ ਕਾਰਨਾ ਗੁਰਾਂ ਨੂੰ ਵੰਦਿਆ ਪਾਵੇ ਕੋਕਾ ਮਾਰ ਵੇਦ ਆਖਦੇ ਪਾਵੇ ਕਾਮਾਰ ਵੇਦ ਆਖਦੇ। ਉਸ ਵੇਲੇ ਕਹਿੰਦੇ ਤਾਂ ਬੜੇ ਹੰਕਾਰ ਦੇ ਵਿੱਚ ਜਾਂਦਾ ਹੈ, ਨਾ ਕੋਈ ਸਲਾਮ ਨਾ ਕੋਈ ਸਤਿ ਸ੍ਰੀ ਅਕਾਲ। ਕਿਉਂ ਗੁਰੂ ਪਾਤਸ਼ਾਹ ਦੀ ਉਮਰ ਬਹੁਤ ਛੋਟੀ ਸੀਗੀ, ਜਿਹੜਾ ਪੰਡਤ ਸੀ ਆਪਣੇ ਬਹੁਤ ਬੜਾ ਉੱਚ, ਕਿਉਂ ਦੋ ਉਹਦੇ ਵਿੱਚ ਹੰਕਾਰ ਸੀ, ਇੱਕ ਆਪਣੀ ਉੱਚੀ ਜਾਤ ਦਾ, ਦੂਜੀ ਕਹਿੰਦੇ ਵਿਦਿਆ ਦਾ, ਤੀਜਾ ਉਹਨੂੰ ਆਪਣੀ ਵਡੇਰੀ ਉਮਰ ਦਾ। ਜਾ ਕੇ ਬਹਿ ਗਿਆ, ਪਾਤਸ਼ਾਹ ਨੂੰ ਕਹਿਣ ਲੱਗੇ ਕਹਿੰਦੇ ਹਾਂਜੀ ਦੱਸੋ। ਉਹਨੇ ਕਿਹਾ ਕਹਿੰਦੇ ਪਹਿਲੀ ਗੱਲ ਤਾਂ ਇਹ ਦੱਸੋ ਜੀ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ, ਤੁਹਾਨੇ ਕਦੋਂ ਵਿਦਿਆ ਪੜ੍ਹ ਲਈ, ਕਦੋਂ ਕਮਾਈਆਂ ਕਰ ਲਈਆਂ? ਤੁਹਾਡਾ ਵੱਡਾ ਨਾਮ ਭਗਵਾਨ ਕ੍ਰਿਸ਼ਨ ਤੋਂ ਹਰਿ ਕ੍ਰਿਸ਼ਨ ਖਾਇਆ ਸੋਨੇ। ਐਵੇਂ ਮੇਰੀ ਇੱਕ ਗੱਲ ਹੈ ਵੀ ਜਿਹੜੇ ਭਗਵਾਨ ਕ੍ਰਿਸ਼ਨ ਜੀਆਂ ਨੇ ਗੀਤਾ ਰੂਪੀ ਗ੍ਰੰਥ ਲਿਖਿਆ ਨਾ, ਉਹਦੇ ਅਰਥ ਕਰਕੇ ਸੁਣਾ ਦਿਓ। ਮੈਂ ਮੰਨ ਲੂੰਗਾ ਤੁਹਾਡਾ ਨਾਮ ਰਖਾਇਆ, ਠੀਕ ਹੈ, ਨਹੀਂ ਤਾਂ ਐਵੇਂ ਹੀ ਹੈ। ਅੱਛਾ ਕਹਿੰਦੇ ਪੰਡਤਾ ਜੇ ਤੈਨੂੰ ਆਸੀ ਅਰਥ ਕਰਕੇ ਸੁਣਾਤੇ, ਸ਼ੰਕਾ ਤੇਰੀ ਫੇਰ ਨਹੀਂ ਨਿਕਲਣੀ, ਸ਼ੰਕਾ ਤੇਰੀ ਫੇਰ ਰਹਿ ਜੂਗੀ। ਕਹਿੰਦੇ ਕਿਉਂ? ਤੇਰੇ ਮਨ ਵਿੱਚ ਇਹ ਹੋਊਗਾ ਵੀ ਗੁਰੂ ਦੇ ਸਾਹਿਬਜ਼ਾਦੇ ਸੀਗੇ, ਛੋਟੀ ਉਮਰ ਦੇ ਵਿੱਚ ਕੋਈ ਚੰਗਾ ਪੰਡਤ ਵਿਦਵਾਨ ਰਖਾ ਕੇ ਸੁਭਾਵਿਕ ਕੇ ਗੀਤਾ ਵਿਦਿਆ ਪੜ੍ਹ ਲਈ ਹੋਣੀ, ਵਿਦਿਆ ਪੜ੍ਹ ਲਈ ਹੋਣੀ। ਜੇ ਕਹਿੰਦੇ ਤਸੱਲੀਦਾਰ ਤੇ ਉੱਤਰ ਲੈਣਾ ਆਪਣੇ ਨਗਰ ਦੇ ਵਿੱਚ, ਉਹਨੂੰ ਲੈ ਕੇ ਜਾਂ ਕਾਮਲਾ ਹੋਵੇ ਕੋਈ, ਤੂੰ ਜਾਣਦਾ ਹੋਵੇ ਵੀ ਇਹੋ ਜਿਹਾ ਇਹ ਲੈ ਕੇ ਆ। ਉਸ ਵੇਲੇ ਕਹਿੰਦੇ ਉਹ ਲਾਲ ਚੰਦ ਪੰਡਤ ਗੁਰੂ ਦੇ ਕੋਲੋਂ ਚੱਲ ਕੇ ਆਪਣੇ ਨਗਰ ਵਿੱਚ ਗਿਆ, ਪੰਜੋਖਰ ਨਗਰ ਵਿੱਚ। ਪਤਾ ਸੀ ਇੱਕ ਝੀਬਰ ਸੱਜੂ ਨਾਮ ਕਰਕੇ, ਜਿਹੜਾ ਕਹਿੰਦੇ ਗੁੰਗ ਤੋਂ ਮੁੱਖਾ, ਭਾਵ ਗੁੰਗੋ ਤੋਂ ਮੁੱਖ ਤੋਂ ਗੁੰਗਾ ਸੀਗਾ, ਕੰਨਾਂ ਤੋਂ ਬਹਿਰਾ ਬੋਲਾ, ਤੇ ਕਹਿੰਦੇ ਅਕਲ ਦਾ ਬਿਲਕੁਲ ਮੂਰਖ, ਰੰਗ ਦਾ ਕਾਲਾ। ਉਹਨੇ ਆਪ ਤਾਂ ਕੀ ਪੜ੍ਹਨਾ ਸੀਗਾ, ਕੋਈ ਪੜ੍ਹਦਾ ਦੇਖਿਆ ਨਹੀਂ ਹੋਣਾ ਕੋਈ ਉਹਨੇ। ਮਨ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਨ ਦਾ ਕੰਮ ਕਰਦਾ, ਢੋਂਦਾ ਪਾਣੀ ਵਿਚਾਰਾ, ਮਾੜਾ ਮੋਟਾ ਇਸ਼ਾਰਾ ਸਮਝਦਾ ਬਸ। ਉਹਨੇ ਇਸ਼ਾਰਾ ਕੀਤਾ ਵੀ ਕੁਛ ਟਾਈਮ ਮੇਰੇ ਨਾਲ ਚੱਲ। ਪੰਡਤ ਕਹਿੰਦੇ ਉਹ ਸੱਜੂ ਝੀਬਰ ਨੂੰ ਗੁਰੂ 8ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਆਇਆ, ਨਾਲੇ ਆਪਣੇ ਮਨ ਦੇ ਵਿੱਚ ਬਹੁਤ ਕਹਿੰਦੇ ਜਿਹੜੇ ਮਹਿੰਗੇ ਔਖੇ ਸ਼ਲੋਕ ਸੀ ਉਹ ਮਾਨੋ ਕਿ ਫਿੱਟ ਕਰ ਲਏ, ਵੀ ਆਹ ਸ਼ਲੋਕਾਂ ਦਾ ਮੈਂ ਅਰਥ ਪੁੱਛੂੰਗਾ, ਵੀ ਇਹ ਜਿਹੜੇ ਸ਼ਲੋਕ ਨੇ ਬੜੇ ਮਹਿੰਗੇ ਨੇ ਨਾ, ਇਹਨਾਂ ਨੂੰ ਤਾਂ ਕੋਈ ਵਿਦਵਾਨ ਜਿਹੜੇ ਚੰਗੇ ਨੇ ਉਹ ਵੀ ਨਹੀਂ ਦੇ ਸਕਦੇ, ਇਹ ਤਾਂ ਮੂਰਖ ਹੈ, ਇਹਨੇ ਕੀ ਉਹ ਅਰਥ ਦੇ ਭਾਵ ਕੇ ਉੱਤਰ ਦੇਣਾ।
ਪਿਆਰੇ ਜਦ ਜਿਸ ਵੇਲੇ ਉਹ ਸੱਜੋ ਝੋਰ ਨੂੰ ਨਾ ਗੁਰੂ ਪਾਤਸ਼ਾਹ ਚਰਨਾਂ ਵਿੱਚ ਲੈ ਕੇ ਗਿਆ, ਬਿਠਾਤਾ ਹਜ਼ੂਰੀ ਵਿੱਚ ਗੁਰੂ ਪਾਤਸ਼ਾਹ ਦੀ ਦੇ। ਪਾਤਸ਼ਾਹ ਜੀ ਕਹਿੰਦੇ ਇਹ ਤੋਂ ਕਰਾਓ ਜੀ। ਹੁਣ ਜਦੋਂ ਗੁਰੂ ਮਹਾਰਾਜ ਦੀ ਨਦਰ ਹੋਈ, ਨਾਨਕ ਨਦਰੀ ਨਦਰ ਨਿਹਾਲ, ਕਹਿੰਦੇ ਉਸ ਵੇਲੇ ਗੁਰੂ ਮਹਾਰਾਜ ਨੇ ਉਹਦੇ ਸਿਰ ਤੇ ਛਟੀ ਰੱਖੀ ਸੀਗੀ। ਛਟੀ ਹੁੰਦੀ ਮਹਾਰਾਜ ਵਿੱਚ, ਛਟੀ ਰੱਖੀ। ਛਟੀ ਰੱਖਣ ਦੀ ਦੇਰ ਸੀਗੀ, ਉਸੇ ਵੇਲੇ ਉਹਦੀ ਜ਼ਬਾਨ ਬੋਲ ਪਈ। ਕੰਨਾਂ ਤੋਂ ਸੁਣਨ ਲੱਗ ਪਿਆ। ਜਿਹੜਾ ਮੂਰਖ ਭਾਵ ਕੇ ਪਾਗਲਪਨ ਸਭ ਦੂਰ ਹੋ ਗਿਆ। ਪਾਤਸ਼ਾਹ ਨੇ ਸ਼ਵੰਭਾ ਨਮਸਕਾਰ ਕੀਤੀ। ਪਾਤਸ਼ਾਹ ਤੋਂ ਪੁੱਛਦੇ ਮਹਾਰਾਜ ਜੀ ਹੁਕਮ। ਕਹਿਣ ਲੱਗਿਆ ਪੰਡਤ ਨੂੰ ਗੀਤਾ ਦੇ ਅਰਥ ਸੁਣਾ ਦੇ। ਗੀਤਾ ਦੇ ਅਰਥ ਸੁਣਾ ਦੇ ਇਹਨੂੰ। ਪੰਡਤ ਨੂੰ ਕਹਿਣ ਲੱਗਾ ਦੱਸ ਵੀ ਤੂੰ ਕਿਹੜੀ ਭਾਸ਼ਾ ਪੜ੍ਹਿਆ ਹੋਇਆ ਹੈ। ਜਦੋਂ ਬੋਲਿਆ ਨਾ ਪੰਡਤ ਤੇ ਉਹਦੀ ਹੋਸ਼ ਉੱਡ ਗਏ ਸੀਗੇ। ਉਹਦੀ ਹੋਸ਼ ਉੱਡ ਗਏ ਸੀ। ਕਿਹੜੀ ਭਾਸ਼ਾ ਪੜ੍ਹਿਆ ਦੱਸ, ਹਿੰਦੀ ਜਾਂ ਸੰਸਕ੍ਰਿਤ ਆਦਿਕ ਜੋ ਮਰਾਠੀ ਜਿਹੜੀ ਤੂੰ ਪੜ੍ਹਿਆ ਨਾ, ਤੈਨੂੰ ਉਹਦੇ ਵਿੱਚ ਅਰਥ ਮੈਂ ਤੈਨੂੰ ਭਾਵ ਕੇ ਅਰਥ ਸੁਣਾਊਂਗਾ। ਉਸ ਵੇਲੇ ਕਹਿੰਦੇ ਜਦੋਂ ਇਹ ਹੋਇਆ ਨਾ, ਇੱਥੇ ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਨਗੇ। 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 ਬੋਲ ਪੈਂਦੀਆਂ ਜਵਾਨਾਂ ਬੋਲ ਪੈਂਦੀਆਂ, ਗੂੰਗਿਆਂ ਨੂੰ ਬੋਲ ਸੁਣਦੇ। ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਬੋਲਿਆਂ ਨੂੰ ਬੋਲ ਸੁਣਦੇ। ਬੋਲਿਆਂ ਨੂੰ ਬੋਲ ਸੁਣਦੇ। ਬੋਲਿਆਂ ਨੂੰ ਜੀ ਬੋਲ ਸੁਣਦੇ। ਬੋਲਿਆਂ ਨੂੰ ਜੀ ਬੋਲ ਸੁਣਨਗੇ। ਬੋਲਿਆਂ ਨੂੰ ਜੀ ਬੋਲ ਸੁਣਨਗੇ। ਉਹ ਬੋਲਿਆਂ ਨੂੰ ਜੀ ਬੋਲ ਸੁਣਨਗੇ। ਬੋਲ ਸੁਣਨਗੇ। ਇੱਥੇ ਬੋਲਿਆਂ ਨੂੰ ਜੀ ਬੋਲ ਸੁਣਨਗੇ। ਬੋਲ
ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਗੂੰਗੀਆਂ ਜਵਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਉਸ ਵੇਲੇ ਕਹਿੰਦੇ ਪੰਡਤ ਨੂੰ ਪੁੱਛਦਾ, ਕਿਉਂਕਿ ਗੁਰੂ ਮਹਾਰਾਜ ਦਾ ਕਥਨ ਹੈ ਨਾ ਇਹ, ਪ੍ਰਭ ਕੀ ਅਕਥ ਭਾਵ ਕਿ ਪ੍ਰਭ ਕੀ ਅਕਥ ਕਹਾਣੀ ਤੀਨੇ ਜਾਣੀ, ਜਿਸ ਆ ਪ੍ਰਭ ਕਿਰਪਾ ਕਰੇ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਕਿਰਪਾ ਕਰਤੀ ਸੱਜੀ ਝੂਰ ਤੇ ਹੁਣ। 10ਵੀਂ ਪੰਡਤ ਨੂੰ ਕਹਿਣ ਲੱਗੇ, ਬੋਲ ਜਿਹੜਾ ਤੂੰ ਸ਼ਲੋਕ ਬੋਲਦਾ ਹੈ ਬੋਲ। ਉਸ ਵੇਲੇ ਕਹਿੰਦੇ ਸੱਜ ਭਾਵੇਂ ਕਿ ਉਹ ਪੰਡਤ ਸ਼ਲੋਕ ਬੋਲਦਾ ਹੈ, ਉਹਦੀ ਜਮਨਾ ਕਹਿੰਦੇ ਜ਼ਬਾਨ 'ਚ ਨਾ ਥਥਰਾਉਣ ਲੱਗੀ ਸੀਗੀ। ਜਿਹੜੇ ਸ਼ਲੋਕ ਸੀ ਚੰਗੇ ਨਹੀਂ ਬੋਲਦਾ ਸੀ। ਛੱਜੂ ਝੂਰ ਕਹਿਣ ਲੱਗਾ, ਇੱਦਾਂ ਨਹੀਂ, ਐਂ ਬੋਲ, ਐਂ ਪੜ੍ਹ। ਮੰਨੋ ਕਿ ਦਰਸ਼ਕ ਉਹਦੇ ਅੰਦਰ ਕਹਿੰਦੇ ਉਹਦੇ ਸਵਾਲ ਸੀਗੇ, ਬਸ ਉਹਨੇ 20 ਦਾ ਉੱਤਰ ਦੇ ਦਿੱਤਾ। ਉਸ ਵੇਲੇ ਹੀ ਉਹ ਚੁੱਪ ਕਰ ਗਿਆ, ਬਸ ਹੱਥ ਜੁੜ ਗਏ। ਕੋਈ ਚੰਗਾ ਕਹਿੰਦੇ ਕਰਮ ਸੀ ਜਿਹੜਾ ਜਾਗ ਪਿਆ, ਉਹਦਾ ਜਾਗ ਪਿਆ। ਉਸ ਵੇਲੇ ਕੀ ਕਹਿੰਦਾ, ਜੈਸਾ ਸਤਿਗੁਰ ਸੁਣੀਦਾ ਤੈ ਸੋਈ ਮੈਂ ਡੀਠ। ਜੈਸਾ ਮੈਂ ਸੁਣਿਆ ਸੀਗਾ ਉਸੀ ਨੇ ਬਸ। ਮੰਨ ਉਸ ਵੇਲੇ ਕਹਿੰਦੇ ਗੁਰੂ ਪਾਸ ਸਾਹਮਣੇ ਖੜਾ ਹੈ, ਕੁਛ ਨਹੀਂ ਬੋਲਦਾ। ਜਿਹੜਾ ਹੰਕਾਰ ਸੀ ਨਾ, ਜਿਹੜਾ ਪਾਰਾ ਚੜਿਆ ਹੋਇਆ ਸੀ ਵਿਦਿਆ ਦਾ, ਸਾਰਾ ਚੱਕਣਾ ਚੂਰ ਹੋ ਗਿਆ, ਚੱਕਣਾ ਚੂਰ ਹੋ ਗਿਆ। ਉਸ ਵੇਲੇ ਗੁਰੂ ਪਾਸ ਚਰਨਾਂ ਵਿੱਚ ਕਹਿ ਰਿਹਾ, ਜੈਸਾ ਸੁਣਿਆ ਤੀ ਸਤ ਗੁਰ ਮੇਰਾ, ਦੇਖਿਆ ਨਾਲ ਅੱਖੀਆਂ ਦੇ। ਸੋਹਣਿਆ ਸੀ ਸਤ ਗੁਰ ਮੇਰਾ, ਦੇਖਿਆ ਨਾਲ ਅੱਖੀਆਂ ਦੇ। ਸਤਿਗੁਰ ਮੇਰਾ, ਦੇਖਿਆ ਨਾਲ ਅੱਖੀਆਂ ਦੇ। ਸੁਣਿਆ ਸੀ ਸਤਿਗੁਰ ਮੇਰਾ, ਦੇਖਿਆ ਨਾਲ ਅੱਖੀਆਂ ਦੇ। ਸੁਣਿਆ ਸੀ ਸਤਿਗੁਰ ਮੇਰਾ, ਦੇਖਿਆ ਨਾਲ ਦੇਖਿਆ ਨਾਲ ਜੀ ਅੱਖੀਆਂ ਦੇ।
ਜੀ ਅੱਖੀਆਂ ਦੇ ਦੇਖਿਆ ਨਾਲ ਜੀ ਅੱਖੀਆਂ ਦੇ ਦੇਖਿਆ ਨਾਲ ਜੀ ਅੱਖੀਆਂ ਦੇ ਮੈਂ ਵੇਖਿਆ ਨਾਲ ਜੀ ਅੱਖੀਆਂ ਦੇ ਸਤਿਗੁਰ ਮੇਰਾ ਦੇਖਿਆ ਨਾਲ ਅੱਖੀਆਂ ਦੇ ਸੋਹਣੇ ਆਸੀ ਸਤਿਗੁਰ ਮੇਰਾ ਦੇਖਿਆ ਨਾਲ ਅੱਖੀਆਂ ਦੇ ਸੋਹਣੇ ਆਸੀ ਸਤਿਗੁਰ ਮੇਰਾ ਦੇਖਿਆ ਨਾਲ ਅੱਖੀਆਂ ਦੇ ਐਸਾ ਸੋਹਣੇ ਆਸੀ ਸਤਿਗੁਰ ਮੇਰਾ ਦੇਖਿਆ ਨਾਲ ਅੱਖੀਆਂ ਦੇਖਿਆ ਨਾਲ ਅੱਖੀਆਂ ਦੇ ਦੇਖਿਆ ਨਾਲ ਅੱਖੀਆਂ ਦੇ ਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਲੱਖੀ ਮਹਿਮਾ ਅਨੂਪ ਸ਼੍ਰੀ ਹਰਿ ਕ੍ਰਿਸ਼ਨ ਕ੍ਰਿਸ਼ਨ ਸਰੂਪ। ਮੈਂ ਜੈਸੀ ਮਹਿਮਾ ਸੁਣੀ ਸੀ ਨਾ ਉਹੀ ਚੀਜ਼ ਹੈ। ਕਹਿੰਦੇ ਹਰੀ ਕ੍ਰਿਸ਼ਨ ਦੇ ਵਿੱਚ ਤੇ ਕ੍ਰਿਸ਼ਨ ਵਿੱਚ ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਹੈ। ਮਨ ਉਸ ਵੇਲੇ ਇੰਨੇ ਮਨ ਦੇ ਵਿੱਚ ਨਿਮਰਤਾ ਆਈ, ਹੱਥ ਜੋੜੇ, ਡੰਡੇ ਵੱਤ ਲੰਮਾ ਗਿਰ ਗਿਆ ਚਰਨਾਂ ਵਿੱਚ ਮਹਾਰਾਜ ਦੇ। ਮਹਾਰਾਜ ਮੇਰੇ ਤੋਂ ਅਪਰਾਧ ਹੋ ਗਿਆ, ਮੇਰੇ ਤੋਂ ਗੁਨਾਹ ਹੋ ਗਿਆ, ਕਿਰਪਾ ਕਰੋ, ਮੈਂ ਤਾਂ ਭੁੱਲਣ ਹਾਰਾਂ। ਗਲ 'ਚ ਪੱਲਾ ਪਾਇਆ, ਕੀ ਮੰਗਿਆ ਉਹਨੇ? ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦਾ ਸਿੱਖ ਬਣਾ ਲਓ, ਸਿੱਖ ਬਣਾ ਲਓ ਮੈਨੂੰ। ਉਸ ਵੇਲੇ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਦਾ ਚਰਨਾਮਤ ਦੇ ਕੇ ਉਹ ਪੰਡਤ ਨੂੰ ਸਿੱਖੀ ਬਖਸ਼ਿਸ਼ ਕੀਤੀ, ਸਿੱਖੀ ਬਖਸ਼ਿਸ਼ ਕੀਤੀ। ਫਿਰ ਜਿੰਨਾ ਚਿਰ ਰਹਿਆ ਨਾ ਪੰਜੋਖਰੇ ਵਿੱਚ, ਫਿਰ ਇਹ ਕਹਿੰਦਾ ਹੁੰਦਾ ਸੀ, ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਾਤਰ ਵਗੀਤਾ ਅੰਦਰੇ ਤੇਰੇ ਭਾਵਨ ਸੋਜਿਆ ਗੁਰ ਭੇਟ ਪੁਨੀਤਾ। ਇਹ ਤਾਂ ਕਹਿੰਦੇ ਗੁਰੂ ਦੀ ਕਿਰਪਾ ਭਾਈ, ਉਹਦੇ ਨਾਦਰ ਹੋ ਜਾਵੇ ਤਾਂ ਪਿੰਗਲੇ ਪਹਾੜ ਚੜ ਜਾਂਦੇ ਆ। ਜਿਹੜੇ ਮੂਰਖ ਨੇ ਨਾ ਉਹ ਚਤਰ ਬਣ ਜਾਂਦੇ ਨੇ, ਜਿਹੜੇ ਕਹਿੰਦੇ ਅੰਦਲੇ ਨੇ ਉਹਨਾਂ ਨੂੰ ਨੇਤਰ ਭਾਵ ਕੇ ਪ੍ਰਾਪਤ ਹੋ ਜਾਂਦੇ ਨੇ, ਗਿਆਨਵਾਨ ਹੋ ਜਾਂਦੇ ਨੇ। ਇਹ ਤਾਂ ਗੁਰੂ ਨਾਨਕ ਦਾ ਦਰ ਹੈ। ਕਹਿੰਦੇ ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ। ਕਹਿੰਦੇ ਕਿ ਰਾਜਾ ਸੀਗਾ, ਉਹ ਇੱਕ ਸਾਈਂ ਫਕੀਰ ਨੂੰ ਪੁੱਛਦਾ ਹੈ, ਕਹਿੰਦੇ ਫਕੀਰ ਸਾਈਂ ਰੱਬ ਦੇ ਕੀ ਕੰਮ ਨੇ, ਕੀ ਕਰਦਾ ਉਹ? ਕਹਿੰਦੇ ਕੀ ਕਰਦਾ? ਫਕੀਰ ਕਹਿਣ ਲੱਗਾ ਤੂੰ ਮੇਰੀ ਜਗ੍ਹਾ ਤੇ ਆ, ਜਿੱਥੇ ਮੈਂ ਖੜਾ ਇੱਥੇ ਆ, ਮੈਂ ਤੇ ਸਿੰਘਾਸਣ ਤੇ ਬੈਠੂੰਗਾ, ਫਿਰ ਦੱਸੂ ਤੈਨੂੰ। ਰਾਜ ਸਿੰਘਾਸਣ ਥੱਲੇ ਉਤਰੇ ਆਇਆ, ਜਿੱਥੇ ਸਾਈਂ ਫਕੀਰ ਖੜਾ ਉੱਥੇ ਕਹਿੰਦੇ ਖੜ ਗਿਆ, ਆ ਕੇ ਫਕੀਰ ਜਾ ਕੇ ਸਿੰਘਾਸਣ ਤੇ ਬਹਿ ਗਿਆ। ਦੱਸੋ ਜੀ, ਕਹਿੰਦੇ ਰੱਬ ਕੀ ਕਰਦਾ? ਕਹਿੰਦੇ ਤੈਨੂੰ ਸਮਝ ਨਹੀਂ ਆਈ ਕੀ ਕਰਦਾ? ਬਸ ਆਹ ਕਰਦਾ, ਤੂੰ ਖੜਾ ਮੇਰੀ ਥਾਂ ਤੇ ਮੈਂ ਬੈਠਾ ਤੇਰੇ ਸਿੰਘਾਸਣ ਤੇ। ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਵੋ ਪੰਡਤ ਤੇ ਮੁਦਗਾਰੀ। ਰੱਬ ਦੇ ਦਰ ਤੇ ਤਾਂ ਬਹੁਤ ਕੁਛ ਪਿਆ, ਆਪਾਂ ਤਾਂ ਇੱਥੇ ਕੁਛ ਲੈ ਕੇ ਜਾਂਦੇ ਨਹੀਂ ਗੇ, ਆਪਾਂ ਤਾਂ ਇੱਥੋਂ ਹੀ ਮੂੰਹ ਮੁੜ ਜਾਂਦੇ ਬਸ। ਸ਼ਰਧਾ ਭਾਵਨਾ ਦਾ ਕੋਈ ਆਉਂਦਾ ਹੈ, ਪਾਤਸ਼ਾਹ ਜੀ ਕਹਿੰਦੇ ਉਹਦੀਆਂ ਝੋਲੀਆਂ ਰੱਬ ਭਰ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਦੇ ਬਚਨ ਨੇ, ਕਹਿੰਦੇ ਸੁਣੈ ਗੂੰਗ ਜੋ ਜਾਹੇ ਸੋ ਰਸਨਾ ਪਾਵੇ, ਸੁਣੈ ਮੋੜ ਚਤ ਲਾਏ ਚਤੁਰਤਾ ਆਵੇ, ਦੁਖ ਦਰਦ ਭਉ ਤੇ ਨਰਕ ਨਿਕਟ ਨਾ ਰਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਦਰਦ ਦੁੱਖ ਆਦਿਕੋ ਜੀਵਾਂ ਦੇ ਕੋਲ ਨਹੀਂ ਰਹਿੰਦੇ, ਜਿਹੜੇ ਜੀਵ ਇਕਾਗਰ ਮਨ ਹੋ ਕੇ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਆ ਭਾਈ।
ਇਸ ਕਰਕੇ ਪਰਮੇਸ਼ਰ ਦਾ ਨਾਮ ਸਿਮਰਨ ਗੁਰੂ ਭਾਵ ਕਿ 8ਵੇਂ ਪਾਤਸ਼ਾਹ ਦੀ ਇੰਨੀ ਮਹਿਮਾ ਜਿਹਦਾ ਕੋਈ ਅੰਤ ਨਹੀਂ ਹੈ। ਗੁਰੂ ਮਹਾਰਾਜਾ ਨੇ ਦਿੱਲੀ ਵਿੱਚ ਬਹੁਤ ਕੌਤਕ ਕੀਤੇ। ਜਿਹੜਾ ਰਾਜਾ ਜੈ ਸਿੰਘ ਸੀਗਾ ਉਹਦੀ ਰਾਣੀ ਨੇ ਵੀ ਗੁਰੂ ਪਾਤਸ਼ਾਹ ਦੇ ਉੱਤੇ ਸ਼ੰਕਾ ਕੀਤੀ ਵੀ ਛੋਟੀ ਉਮਰ ਆ, ਸ਼ਾਇਦ ਐਵੇਂ ਹੋਊਗਾ। ਕਹਿੰਦੇ ਦੇਖਦੇ ਆ ਗੁਰੂ ਪਾਤਸ਼ਾਹ ਨੂੰ। ਉਹਨੇ ਕਿ ਜਿਹੜੇ ਗੋਲੀਆਂ ਸੀ ਨਾ ਉਹਨਾਂ ਦੇ ਘਰ ਕੰਮ ਕਰਨ ਵਾਲੇ ਨੌਕਰਾਣੀ ਆ ਉਹਨਾਂ ਦੇ ਕੱਪੜੇ ਪਾ ਲਏ ਸੀ ਉਹਨੇ ਵੀ ਦੇਖ ਮੈਨੂੰ ਸਿਆਣ ਦੇ ਕਿ ਸਿਆਣ ਦੇ। ਜਦੋਂ ਪਾਤਸ਼ਾਹ ਘਰੇ ਗਏ ਸੀ ਜਿਹੜੀਆਂ ਕਹਿੰਦੇ ਗੋਲੀਆਂ ਸੀ ਉਹਨਾਂ ਦੇ ਰਾਣੀ ਬੜੇ ਕੱਪੜੇ ਪਵਾ ਦਿੱਤੇ ਕਿ ਦੱਸੋ ਜੀ ਮਹਾਰਾਣੀ ਕਿਹੜੀ ਹੈ। ਪਾਤਸ਼ਾਹ ਜੀ ਕਹਿੰਦੇ ਆ ਵੀ ਨਹੀਂ ਆ ਵੀ ਨਹੀਂ। ਜਿਹੜੀ ਰਾਣੀ ਸੀ ਨਾ ਬੈਠੀ ਸੀ ਭਾਵੇਂ ਕਿ ਕੰਮ ਕਰਨ ਵਾਲੇ ਕਹਿੰਦੇ ਆਹ ਰਾਣੀ ਆ, ਆਹ ਰਾਣੀ ਹੈ। ਗੁਰੂ ਮਹਾਰਾਜ ਦੀ ਉਮਰ ਛੋਟੀ ਕਹਿੰਦੇ ਇੰਨਾ ਇਕੱਠ ਸੀ ਉਸੇ। ਫਿਰ ਉਸ ਵੇਲੇ ਕਹਿੰਦੇ ਉਹ ਲਾਲ ਚੰਦ ਪੰਡਤ ਨੂੰ ਗੁਰੂ ਪਾਤਸ਼ਾਹ ਨੇ ਸਿੱਖੀ ਦੀ ਮੰਜੀ ਸੌਂਪੀ ਸੀਗੀ, ਸਿੱਖੀ ਦੀ ਭਾਵ ਕਿਆ ਪ੍ਰਚਾਰ ਦੀ। ਫਿਰ ਇੰਨੀ ਸਿੱਖ ਦਾ ਪ੍ਰਚਾਰ ਕੀਤਾ ਉਹਨੇ ਬਹੁਤ ਜ਼ਿਆਦਾ। ਉੱਥੇ ਗੁਰੂ ਪਾਤਸ਼ਾਹ ਨੇ ਕਹਿੰਦੇ ਇੰਨੀ ਸੰਗਤ ਸੀਗੀ ਉੱਥੇ ਪਾਤਸ਼ਾਹ ਨਿਸ਼ਾਨ ਕੱਢਿਆ ਸੀ ਕਿ ਦਿੱਲੀ ਕਿ ਜਿਹੜੀ ਮੇਰੀ ਸੰਗਤ ਆ ਭਾਈ ਇਹ ਤੋਂ ਗਾਹ ਨਹੀਂ ਟੱਪੂਗੀ, ਨਹੀਂ ਸਾਰੀ ਨਾਲ ਜਾ ਰਹੀ ਸੀ ਦਿੱਲੀ ਨੂੰ। ਇਸ ਕਰਕੇ ਗੁਰੂ ਪਾਤਸ਼ਾਹ ਨੇ ਭਾਵ ਕਿ ਅਵਤਾਰ ਧਾਰ ਕੇ ਗੁਰੂ ਮਹਾਰਾਜ ਨੇ 10 ਜਾਮੇ ਧਾਰ ਕੇ ਸਾਰੀ ਸਿੱਖੀ ਦਾ ਪ੍ਰਚਾਰ ਤੇ ਨਾਮ ਦਾ ਸਿੱਟਾ ਦੇ ਕੇ ਆਪਾਂ ਨੂੰ ਨਾਮ ਦੇ ਨਾਲ ਜੋੜਨਾ ਕੀਤਾ। ਭਾਈ ਆਪਣਾ ਜੜ ਆਪਣਾ ਸਭ ਕੁਛ ਨਾਮ ਹੀ ਹੈ। ਨਾਮ ਜਪਾਂਗੇ ਸਿਮਰਾਂਗੇ ਤਾਂ ਇਹਦੇ ਨਾਲ ਹੀ ਆਪਣਾ ਪਾਰ ਉਤਾਰਾ ਹੋਣਾ ਹੈ। ਇਹੀ ਸਾਰਿਆਂ ਨੂੰ ਬੇਨਤੀ ਹੈ ਭਾਈ ਗੁਰੂ ਵਾਲੇ ਬਣ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਧਾਰਨੀ ਬਣੋ। ਜਿੰਨਾ ਵੀ ਹੋਵੇ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਪਰਮੇਸ਼ਰ ਦਾ ਨਾਮ ਜਪੀਏ। ਅਤੇ ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਮਹਾਰਾਜ ਹਰਿਕ੍ਰਿਸ਼ਨ ਸਾਹਿਬ ਜੀ ਦੇ ਭਾਵ ਕੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜਿੰਨੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚੇ ਹੋ। ਸਭ ਦਾ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰੇ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ। ਆਪਣੇ ਦਰੋਂ ਕਰੋ ਨਾਮਦਾਨ ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰੇ। ਆਨੰਦ ਸਾਹਿਬ ਦਾ ਜਾਪ ਫਿਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਰਾਮ ਕਲੀ ਮੁਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸੁਖੀ ਮਨ ਵਜਿਆ ਵਧਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਭ ਜੋਤਾ ਗਾਵੋ ਹਰੀ ਤੇਰਾ ਮਨ ਦੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਤਾਂ ਵਿਸਾਰਨਾ। ਚੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਦਾਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ। ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਜਾਤ ਗਵਾਈਆ। ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਮੋਟਾ ਕੁਰਬਾਨੀ ਕਾ ਗੁਰਤੋਂ ਜਿਸ ਦੀ ਹੈ ਵਧਾਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੋ ਆਜੇ। ਸੰਤ ਸ਼ਬਦ ਕਿਤ ਘਰ ਸਪਾਜੈ ਰਸ ਪਾਜੈ ਸਾਰੋ ਜਵਾਜੇ ਕਲਾ ਜਿਤ ਕਰਤਾਰੀ।
ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖੋ ਆਦਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੋਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੰਤੀ ਵਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਤੇ ਪਨਿਤ ਕਹਤੇ ਪਨਿਤ ਸਤ ਗੁਰ ਰਹਿਆ ਪਰਤੂਰੇ ਧਨਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੋਰੇ ਸਲੋਕ ਪਾਵਨ ਗੁਰੂ ਪਾਣੀ ਮੁਕਤਾ ਮਾਤਾ ਧਰਤ ਮਹਤ ਦੇਵ ਸੁਰਾਗ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆ ਇਨਾਮ ਬੋਲਿਆ ਇਨਾਮ ਹੱਥ ਧਰਮ ਦੂਰ ਕਰਮੀ ਆਪੋ ਆਪਣੀ ਤੇ ਨੇੜੇ ਕੇ ਦੂਰ ਇੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ